ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਹਰਪ੍ਰੀਤ ਕੌਰ ਆਪ ਸਭ ਦਾ ਇਸ ਰਾਮਾਨੁਜਨ ਤੇ FTP ਦੇ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ। ਅੱਜ ਆਪਾਂ ਕਾਪੀਰਾਈਟਸ ਕੀ ਹੁੰਦਾ ਹੈ, ਉਹਦੇ ਕੀ ਇਸਤੇਮਾਲ ਕੀ ਕਰ ਸਕਦੇ ਹਾਂ, ਕਿਸ ਤਰ੍ਹਾਂ ਆਪਾਂ ਉਹਦਾ ਇਸਤੇਮਾਲ ਕਰ ਸਕਦੇ ਹਾਂ, ਉਹ ਆਪਾਂ ਅੱਜ ਵੇਖਾਂਗੇ। ਸਭ ਤੋਂ ਪਹਿਲਾਂ ਕਾਪੀਰਾਈਟ ਦਾ ਅਰਥ ਕੀ ਹੈ, ਮੀਨਿੰਗ ਕੀ ਹੁੰਦਾ ਹੈ, ਉਹ ਆਪਾਂ ਇੱਕ ਡੈਫੀਨੇਸ਼ਨ ਨਾਲ ਵੇਖ ਲੈਂਦੇ ਹਾਂ। ਤਾਂ ਐਕਸਕਲੂਸਿਵ ਰਾਈਟ ਗਿਵਨ ਬਾय ਲਾਅ ਫॉर अ सर्टन टर्म of years to author, composer, etc. to publish, print and sell copies of his original work। ਇਹਦਾ ਅਰਥ ਇਹ ਹੁੰਦਾ ਹੈ ਕਿ ਜਦੋਂ ਕੋਈ ਵੀ ਚੀਜ਼ ਦੀ ਰਾਈਟ ਜੇ ਹੈਗੀ, ਅਧਿਕਾਰਾ ਹੈ, ਉਹ ਕਿਸੇ ਲੇਖਕ ਨੂੰ, ਕਿਸੇ ਕੰਪੋਜ਼ਰ ਨੂੰ, ਜੇ ਸਰਜਨ ਕਰਦਾ ਉਹਨੂੰ ਦੀ ਜਾਏ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕਾਪੀਰਾਈਟ, ਜਿਹਦਾ ਮਾਰਕ ਹੁੰਦਾ ਹੈ ਸੀ ਦੇ ਉੱਤੇ ਇੱਕ ਗੋਲਾ ਹੁੰਦਾ, ਉਹ ਕਾਪੀਰਾਈਟ ਦਾ ਨਿਸ਼ਾਨ ਹੁੰਦਾ ਹੈ। ਹੁਣ ਕਾਪੀਰਾਈਟ ਜੇ ਹੁੰਦਾ ਹੈ, ਇਹ ਇੱਕ ਤਰੀਕੇ ਦਾ ਇੱਕ ਰਾਈਟ ਹੁੰਦੀ ਹੈ ਜੇ ਸਿਰਜਣਕਾਰ ਨੂੰ ਮਿਲਦੀ ਹੈ। ਉਹ ਸਿਰਜਣਕਾਰ ਰਿਸਰਚ ਆਥਰ ਵੀ ਹੋ ਸਕਦਾ ਹੈ, ਉਹ ਆਰਟਿਸਟ ਵੀ ਹੋ ਸਕਦਾ ਹੈ, ਉਹ ਮਿਊਜ਼ਿਕ ਕੰਪੋਜ਼ਰ ਸੰਗੀਤਕਾਰ ਵੀ ਹੋ ਸਕਦਾ ਹੈ। ਤਾਂ ਆਪਾਂ ਕਿਸ ਤਰ੍ਹਾਂ ਦਾ ਕਾਪੀਰਾਈਟ ਲੈ ਸਕਦੇ ਹਾਂ, ਆਪਾਂ ਕਿਸ ਤਰੀਕੇ ਦਾ ਅਧਿਕਾਰ ਲੈ ਸਕਦੇ ਹਾਂ ਸਾਡੀ ਸਿਰਜਣ ਕੀ ਹੋਈ ਰਚਨਾ ਉੱਤੇ, ਉਹ ਆਪਾਂ ਉਹਨੂੰ ਕਾਪੀਰਾਈਟਸ ਕਹਿੰਦੇ ਹਾਂ। ਜਿੱਦਾਂ ਰੀਪਰੋਡਿਊਸ, ਮੈਂ ਜੋ ਚੀਜ਼ ਬਣਾਈ ਆ, ਮੈਂ ਜੋ ਰਚਨਾ ਕੀਤੀ ਆ, ਉਹ ਦੂਜਾ ਕੋਈ ਜਦੋਂ ਨਾ ਕਰ ਪਾਏ, ਉਹ ਮੈਂ ਅਧਿਕਾਰ ਲਿੱਤੇ ਹੋਏ ਆ, ਉਹਨੂੰ ਵੀ ਮੈਂ ਕਾਪੀਰਾਈਟ ਤਰੀਕੇ ਸਮਝ ਸਕਦੀ ਹਾਂ। ਦੂਜਾ ਇਹ ਹੁੰਦਾ ਹੈ ਕਿ ਪ੍ਰੀਪੇਅਰ ਡੈਰੀਵੇਟਿਵ ਵਰਕਸ, ਜਿੱਦਾਂ ਕਿ ਮੇਰੇ ਕੀ ਹੋਈ ਸੰਗੀਤ 'ਤੇ ਅਤੇ ਮੇਰੇ ਕੀ ਗਏ ਕਿਤਾਬਾਂ 'ਤੇ ਕੋਈ ਦੂਜਾ ਉਹਦਾ ਇਸਤੇਮਾਲ, ਉਹਦੇ ਲੇਖਣ ਦਾ, ਉਹਦੇ ਗੀਤ ਦਾ, ਉਹਦੇ ਰਚਨਾ ਦਾ ਇਸਤੇਮਾਲ ਕਰਕੇ ਦੂਜੀ ਕੋਈ ਚੀਜ਼ ਨਾ ਬਣਾ ਸਕੇ, ਇਹ ਵੀ ਅਧਿਕਾਰ ਕਾਪੀਰਾਈਟ ਵਿੱਚ ਆਉਂਦਾ ਹੈ। ਤੀਜਾ ਹੁੰਦਾ ਹੈ ਡਿਸਟ੍ਰੀਬਿਊਟ ਕਾਪੀ ਆਫ ਸੇਲ, ਜਿਹਨੂੰ ਆਪਾਂ ਕਹਿੰਦੇ ਹਾਂ ਮਲਕੀਅਤ ਦਾ ਤਬਾਦਲਾ। ਜਿੱਦਾਂ ਕਿ ਮੇਰੀ ਕੀ ਗਈ ਚੀਜ਼ ਦੀ ਮਲਕੀਅਤ ਕੋਈ ਦੂਜਾ ਨਹੀਂ ਲੈ ਸਕਦਾ ਹੈ, ਕਿ ਆਈ ਐਮ ਦਾ ਓਨਰ, ਮੈਂ ਇਕੱਲਾ ਹੀ ਉਹਦੀ ਓਨਰ ਹੋਊਗੀ ਅਤੇ ਦੂਜਾ ਕੋਈ ਉਹਦਾ ਓਨਰ ਨਾ ਬਣ ਸਕੇ। ਅਤੇ ਉਹਦੀ ਕੋਈ ਮੇਰੇ ਤੋਂ ਉਧਾਰੀ ਅਤੇ ਕਿਰਾਏ 'ਤੇ ਜੋ ਲੈ ਸਕਦਾ ਹੈ, ਤਾਂ ਉਹ ਆਥਰ ਦੀ ਜੇ ਰਚਨਾ ਕਰਦਾ ਹੈ, ਉਹਦੀ ਮਰਜ਼ੀ ਦੇ ਉੱਤੇ ਹੁੰਦਾ ਹੈ ਕਿ ਕਈ ਵਾਰ ਉਹ ਦੇ ਵੀ ਸਕਦਾ ਹੈ ਜਿਸ ਬੰਦੇ ਨੇ ਕਾਪੀਰਾਈਟ ਲਿੱਤੀ ਹੋਈ ਹੈ। मेरा किया गया काम दूजा कोई भी पब्लिश नहीं कर सकता है बिना मेरी मर्जी तो। जतनाक तौर पे पब्लिकली कोई भी मेरी की गई रचना का प्रदर्शन कोई पब्लिकली मेरी की गई रचना का प्रकाशन भी नहीं कर सकता है, वो भी कॉपीराइट उत्ते आंदा है। ਤੇ ਜੇ ਅਧਿਕਾਰ ਦਿੰਦਾ ਹੈ ਕਾਪੀਰਾਈਟ, ਇਹ ਇੱਕ ਸਮੇਂ ਮਰਿਆਦਾ ਲਈ ਦਿੰਦਾ ਹੈ, ਜਿੱਦਾਂ ਕਿ 2 ਸਾਲ, 5 ਸਾਲ, 20 ਸਾਲ, ਉਹ ਡਿਪੈਂਡ ਕਰਦਾ ਹੈ ਕਿ ਮੈਂ ਕਾਪੀਰਾਈਟ ਕਿੱਥੋਂ ਲਿੱਤਾ ਹੈ, ਅਤੇ ਉਹਦੇ ਉੱਪਰ ਉਹ ਡਿਪੈਂਡ ਕਰਦਾ ਹੈ ਕਿ ਮੈਨੂੰ ਕਿੰਨੀ ਮਿਆਦ ਲਈ ਇਹ ਕਾਪੀਰਾਈਟ ਮੈਂ ਲਿੱਤਾ ਹੈ। ਡੈਰੀਵੇਟਿਵ ਵਰਕ ਕੀ ਹੁੰਦਾ ਹੈ, ਜਿਵੇਂ 2 ਸ਼ਬਦ ਇਸਤੇਮਾਲ ਕੀਤੇ। ਡੈਰੀਵੇਟਿਵ ਹੁੰਦਾ ਹੈ ਕਿ ਇੱਕ ਤਰੀਕੇ ਦਾ ਫਾਰਮੂਲਾ ਯੂਜ਼ ਕਰ ਇਸਤੇਮਾਲ ਕਰ ਉਹਦੇ ਉੱਤੇ ਆਪਾਂ ਕੁਛ ਚੇਂਜ ਕਰ ਕੁਛ ਤਬਾਦਲਾ ਕਰ ਉਹ ਉਸ ਚੀਜ਼ ਦਾ ਇਸਤੇਮਾਲ ਕਰ ਜੇ ਆਪਾਂ ਦੂਜੀ ਚੀਜ਼ ਬਣਾਏ, ਉਹਨੂੰ ਵੀ ਆਪਾਂ ਡੈਰੀਵੇਟਿਵ ਵਰਕ ਕਹਿ ਸਕਦੇ ਹਾਂ। ਤਾਂ ਉਹ ਵੀ ਕਾਪੀਰਾਈਟ ਉਲੰਘਣ ਦੇ ਉੱਤੇ ਆਉਂਦਾ ਹੈ। ਜਿੱਦਾਂ ਕਿ ਮੈਂ ਕੋਈ ਰਿਸਰਚ ਕੀਤੀ ਹੈ, ਤਾਂ ਮੇਰੇ ਰਿਸਰਚ ਦੇ 2 ਪੰਨੇ ਕੋਈ ਦੂਜਾ ਆਥਰ ਕਾਪੀ ਕਰਕੇ ਉਹਦੇ ਉੱਤੇ ਨਕਲ ਕਰਕੇ ਅਤੇ ਅੱਗੇ ਪਿੱਛੇ ਦੂਜਾ ਆਪਣਾ ਕੰਮ ਲਗਾ ਦੇਊਗਾ, ਤਾਂ ਇਹ ਵੀ ਕਾਪੀਰਾਈਟ ਉਲੰਘਣ ਵਿੱਚ ਆਉਂਦਾ ਹੈ। ਅਤੇ ਡੈਰੀਵੇਟਿਵ ਵਰਕਸ ਵੀ ਰੋਕਥਾਮ ਕਰਦਾ ਹੈ ਕਿ ਮੇਰਾ ਜੇ ਓਰੀਜਨਲ ਵਰਕ ਹੈਗਾ, ਉਹ ਮੈਂ ਹੀ ਪ੍ਰਕਾਸ਼ਿਤ ਕਰ ਸਕਦੀ ਹਾਂ, ਕੋਈ ਦੂਜਾ ਪ੍ਰਕਾਸ਼ਿਤ ਨਹੀਂ ਕਰ ਸਕਦਾ। ਤੀਜੀ ਚੀਜ਼ ਹੁੰਦੀ ਹੈ ਡਿਸਪਲੇ ਐਂਡ ਕੰਪਾਈਲੇਸ਼ਨ, ਜਿੱਦਾਂ ਆਪਾਂ ਡਿਸਕਸ ਕੀਤਾ ਹੈ ਕਿ ਮੈਂ ਕੋਈ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਸੰਗੀਤਕਾਰ ਹੈ, ਕੋਈ ਫਿਲਮਕਾਰ ਹੈ ਜੋ ਫਿਲਮ ਬਣਾਉਂਦਾ ਹੈ, ਜੋ TV 'ਤੇ ਰਚਨਾ ਬਣਾਉਂਦਾ ਹੈ, ਐਪੀਸੋਡਸ ਬਣਾਉਂਦਾ ਹੈ, ਉਹ ਵੀ ਇੱਕ ਕੰਪਾਈਲੇਸ਼ਨ ਹੁੰਦਾ ਹੈ ਕਿ ਮੇਰਾ ਕੀਆ ਗਿਆ ਸੀਰੀਅਲ, ਮੇਰਾ ਕੀਆ ਗਿਆ ਐਪੀਸੋਡ, ਕੋਈ ਕਾਰਿਆਕ੍ਰਮ ਕੋਈ ਦੂਜਾ ਬੰਦਾ
ਕਾਪੀ ਕਰਕੇ ਨਾ ਬਣਾ ਸਕੇ, ਨਕਲ ਕਰਕੇ ਨਾ ਬਣਾ ਸਕੇ, ਉਹ ਵੀ ਰੋਕਥਾਮ ਕਾਪੀਰਾਈਟ 'ਚ ਹੋ ਸਕਦੀ ਹੈ। ਕੰਪਾਈਲੇਸ਼ਨ ਹੁੰਦਾ ਹੈ ਕਲੈਕਟਿਵ, ਇਕੱਠਾ ਕਰਕੇ, ਜਿੱਦਾਂ ਕਿ ਇੱਕ ਐਪੀਸੋਡ ਦੀ ਕਹਾਣੀ ਮੈਂ ਕਿਸੇ ਇੱਕ ਸੀਰੀਅਲ ਤੋਂ ਲਿੱਤੀ ਅਤੇ ਦੂਜੇ ਐਪੀਸੋਡ ਦੀ ਦੂਜੇ ਕਿਸੇ ਤੋਂ ਲਿੱਤੀ, ਅਤੇ ਮੈਂ ਉਹਨੂੰ ਕੰਪਾਈਲ ਕਰਕੇ ਅਤੇ ਮੈਂ ਉਹਨੂੰ ਇਸ ਤਰੀਕੇ ਨਾਲ ਪ੍ਰਕਾਸ਼ਿਤ ਕਰਾਂ ਕਿ ਇਹ ਮੇਰੀ ਆਪਣੀ ਅਸਲੀ ਕਾਪੀ ਓਰੀਜਨਲ ਵਰਕ ਹੈਗਾ, ਤਾਂ ਉਹ ਵੀ ਕਾਪੀਰਾਈਟ ਵਿੱਚ ਆਉਂਦਾ ਹੈ ਕਿ ਉਹ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਆ। ਹੁਣ ਆਪਾਂ ਇਹ ਵੇਖਦੇ ਹਾਂ ਕਿ ਕਾਪੀਰਾਈਟ ਵਿੱਚ ਕੀ ਕੀ ਚੀਜ਼ਾਂ ਹੈ ਜੋ ਪ੍ਰੋਟੈਕਟ ਹੋ ਸਕਦੀਆਂ, ਜਿਹਦੀ ਰੋਕਥਾਮ ਹੋ ਸਕਦੀ ਆ। ਸਭ ਤੋਂ ਪਹਿਲਾਂ ਅਸਲੀ ਅਤੇ ਸਥਿਰ ਚੀਜ਼ਾਂ ਜੇ ਹੁੰਦੀ ਹੈ ਉਹਦਾ ਕਾਪੀਰਾਈਟ ਆਪਾਂ ਕਰ ਸਕਦੇ ਹਾਂ। ਓਰੀਜਨਲ, ਦ ਵਰਕ ਮਸਟ ਬੀ ਓਰੀਜਨਲ, ਨਵਾਂ ਕੰਮ ਹੋਣਾ ਚਾਹੀਦਾ ਹੈ, ਅਸਲੀ ਕੰਮ ਹੋਣਾ ਚਾਹੀਦਾ ਹੈ ਅਤੇ ਫਿਕਸਡ ਹੋਣਾ ਚਾਹੀਦਾ ਹੈ, ਸਥਿਰ। ਇੱਦਾਂ ਨਹੀਂ ਹੁੰਦਾ ਕਿ ਅੱਜ ਮੈਂ ਕੋਈ ਕੰਮ ਕੀਤਾ ਹੈ ਅਤੇ ਇੱਕ ਹਫ਼ਤੇ ਬਾਅਦ ਉਹ ਕੰਮ ਦੀ ਕੋਈ ਵੈਲਿਊ ਨਹੀਂ ਹੈ, ਉਹ ਕੰਮ ਖਾਰਿਜ ਹੋ ਗਿਆ ਹੈ, ਇੱਦਾਂ ਨਹੀਂ ਹੋ ਸਕਦਾ। ਫਿਰ ਉਹਦੀ ਕਾਪੀਰਾਈਟ ਨਹੀਂ ਕਰ ਸਕਦੇ ਆਪਾਂ। ਜਦੋਂ ਸਾਨੂੰ ਕਿਸੇ ਵੀ ਚੀਜ਼ ਦੀ, ਕਿਸੇ ਵੀ ਵਰਕ ਦੀ ਜੇ ਕਾਪੀਰਾਈਟ ਚਾਹੀਦੀ ਹੁੰਦੀ ਹੈ ਤਾਂ ਉਹ ਵਰਕ ਸਥਿਰ ਹੋਣਾ ਚਾਹੀਦਾ ਹੈ, ਉਹ ਕੰਮ ਸਥਿਰ ਹੋਣਾ ਚਾਹੀਦਾ ਹੈ ਅਤੇ ਅਸਲੀ ਹੋਣਾ ਚਾਹੀਦਾ ਹੈ, ਠੋਸ ਹੋਣਾ ਚਾਹੀਦਾ ਹੈ। ਤਾਂ ਆਪਾਂ ਉਸ ਚੀਜ਼ਾਂ ਦੀ ਆਪਾਂ ਇੱਕ ਕਾਪੀਰਾਈਟ ਲੈ ਸਕਦੇ ਹਾਂ। ਕਾਪੀਰਾਈਟ ਵਿੱਚ ਕੀ ਕੀ ਨਹੀਂ ਆਉਂਦਾ ਹੈ? ਵਿਚਾਰ, ਜੇ ਸਾਨੂੰ ਸਾਡੇ ਵਿਚਾਰ ਹੈਗੇ, ਸਿਲੈਕਸ਼ਨ ਹੈਗੇ, ਟਾਈਟਲਸ ਹੈਗੇ, ਪ੍ਰਕਿਰਿਆ ਹੈਗੀ, ਕਿਸੇ ਦੀ ਮੈਥਡਸ ਹੈ, ਪ੍ਰੋਸੀਜਰਸ ਹੈ, ਵਿਧੀਆਂ ਹੈ, ਸਰਕਾਰੀ ਕੰਮਕਾਜ ਹੈ, ਉਹ ਸਾਰੀ ਚੀਜ਼ਾਂ ਨੂੰ ਆਪਾਂ ਕਾਪੀਰਾਈਟ ਨਹੀਂ ਲੈ ਸਕਦੇ ਹਾਂ, ਕਿਉਂਕਿ ਉਸ ਸਾਰੀ ਚੀਜ਼ਾਂ ਦੇ ਉੱਤੇ ਆਉਂਦਾ ਹੈ ਪੇਟੈਂਟ, ਜੋ ਕਿ ਆਪਾਂ ਦੂਜੀ ਚੀਜ਼ ਹੁੰਦੀ ਹੈ ਪੇਟੈਂਟ ਇੱਕ ਤਰੀਕੇ ਦੀ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਵਿੱਚ ਹੀ ਆਉਂਦਾ ਹੈ, ਪਰ ਉਹ ਕਾਪੀਰਾਈਟ ਆਪਾਂ ਜੋ ਚੀਜ਼ਾਂ ਕਾਪੀਰਾਈਟ ਨਹੀਂ ਕਰ ਸਕਦੇ ਹਾਂ, ਜਿੱਦਾਂ ਕਿ ਮੈਂ ਤੈਨੂੰ ਕਿਹਾ ਵਿਚਾਰ, ਟਾਈਟਲਸ, ਪ੍ਰੋਸੈਸ, ਇਹ ਸਾਰੀ ਚੀਜ਼ਾਂ ਦਾ ਆਪਾਂ ਪੇਟੈਂਟ ਕਰਵਾ ਸਕਦੇ ਹਾਂ। ਜਿੱਦਾਂ ਕਿ ਮੈਂ ਇੱਥੇ ਉਦਾਹਰਣ ਦੇ ਤੌਰ 'ਤੇ ਮੈਂ ਲਿਆ ਹੋਇਆ ਹੈ ਕਿ ਚੀਜ਼ਾਂ ਹੈਗੀ ਜੇ ਆਪਾਂ ਕਾਪੀਰਾਈਟਸ ਲੈ ਸਕਦੇ ਹਾਂ, ਜਿੱਦਾਂ ਕਿ ਕੋਈ ਮਿਊਜ਼ੀਕਲ ਵਰਕ ਹੋ ਗਿਆ, ਸੰਗੀਤ ਦੀ ਚੀਜ਼ ਹੋ ਗਈ, ਆਰਟਿਸਟਿਕ ਹੋ ਗਈ, ਪੇਂਟਿੰਗ ਹੋ ਗਈ, ਕੋਈ ਫਿਲਮ ਹੋ ਗਈ, ਕੋਈ ਫੋਟੋਗ੍ਰਾਫ ਹੋ ਗਈ, ਕਿਸੇ ਦੀ ਕਿਸੇ ਤਰੀਕੇ ਦੀ ਫੋਟੋਗ੍ਰਾਫ ਹੋ ਗਈ, ਕੰਪਿਊਟਰ ਸੌਫਟਵੇਅਰ ਦੀ ਜਿਹੜੀ ਚੀਜ਼ਾਂ ਹੋ ਗਈ, ਡਿਜੀਟਲ ਚੀਜ਼ਾਂ ਹੋ ਗਈ, ਇਹ ਸਾਰੀ ਚੀਜ਼ਾਂ ਜੇ ਹੁੰਦੀ ਹੈ, ਜੇ ਓਰੀਜਨਲ ਹੁੰਦੀ ਹੈ, ਅਸਲ ਹੁੰਦੀ ਹੈ, ਉਸ ਸਾਰੇ ਚੀਜ਼ਾਂ ਦੀ ਆਪਾਂ ਕਾਪੀਰਾਈਟ ਲੈ ਸਕਦੇ ਹਾਂ। ਜੇ ਆਪਾਂ ਗੱਲ ਕਰੇ ਵਿਚਾਰ ਦੀ, ਜੇ ਆਪਾਂ ਗੱਲ ਕਰੇ ਟਾਈਟਲ ਦੀ, ਇਹ ਸਾਰੀ ਚੀਜ਼ਾਂ ਦੀ ਆਪਾਂ ਕਾਪੀਰਾਈਟ ਨਹੀਂ ਲੈ ਸਕਦੇ ਹਾਂ, ਉਸ ਚੀਜ਼ਾਂ ਦੀ ਆਪਾਂ ਪੇਟੈਂਟ ਲੈ ਸਕਦੇ ਹਾਂ। ਆਪਾਂ ਅੱਗੇ ਦੂਜੇ ਲੈਕਚਰ 'ਚ ਡਿਸਕਸ ਕਰਾਂਗੇ ਕਿ ਹੋਰ ਕਿਸ ਕਿਸ ਪ੍ਰਕਾਰ ਦੇ ਕਾਪੀਰਾਈਟਸ ਆਪਾਂ ਲੈ ਸਕਦੇ ਹਾਂ ਅਤੇ ਨਹੀਂ ਲੈ ਸਕਦੇ ਹਾਂ। ਧੰਨਵਾਦ।